ਇੱਕ ਆਇਲਸ ਦਾ ਪੇਪਰ ਦੇਣ ਵਾਲੇ ਬੱਚੇ ਦਾ ਕੀ ਰੂਟੀਨ ਹੋਣਾ ਚਾਹੀਦਾ ਹੈ? what should be the things that he must be doing in his 24 hours? 24 ਘੰਟੇ ਵਿੱਚ ਉਹਨੂੰ ਕੀ ਕੀ ਕਰਨਾ ਚਾਹੀਦਾ ਹੈ, ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ। ਵੈਲ ਜੋ ਵੀ ਗੱਲਾਂ ਹੋਣਗੀਆਂ ਦੈਟ ਇਜ਼ ਆਊਟ ਆਫ ਮਾਈ ਐਕਸਪੀਰੀਅੰਸ, ਜਿੰਨਾ ਮੈਂ ਬੱਚਿਆਂ ਨੂੰ ਓਬਜ਼ਰਵ ਕਰ ਰਿਹਾ ਪੜ੍ਹਾਉਂਦੇ ਐਂਡ ਅਸੀਂ ਆਪਣੀ ਜ਼ਿੰਦਗੀ ਬਾਰੇ ਅਗਰ ਮੈਂ ਗੱਲ ਕਰਾਂ, ਅਸੀਂ ਬਹੁਤ ਸੁਣਦੇ ਹੁੰਦੇ ਸੀਗੇ ਕਿ ਸਵੇਰੇ ਉੱਠ ਕੇ ਪੜ੍ਹਨਾ ਚਾਹੀਦਾ ਹੈ, ਰਾਤ ਸੌਣ ਤੋਂ ਪਹਿਲਾਂ ਰਿਵਾਈਜ਼ ਕਰਨਾ ਚਾਹੀਦਾ ਹੈ, ਅਗਰ ਦੂਜੇ ਦਿਨ ਤੁਹਾਡਾ ਪੇਪਰ ਹੋਵੇ ਅਤੇ ਨੰਬਰ ਬਹੁਤ ਸੋਹਣੇ ਆਉਂਦੇ ਨੇ, ਬੈਂਡ ਬਹੁਤ ਸੋਹਣੇ ਆਉਂਦੇ ਨੇ, ਉਦੋਂ ਬੈਂਡ ਤਾਂ ਚਲੋ ਨਹੀਂ ਇੰਨਾ ਸੀਗਾ ਕਰੇਜ਼, ਬਟ ਇਹ ਬਹੁਤ ਹੁੰਦਾ ਸੀਗਾ ਵੀ ਅਗਰ ਲੈਟਸ ਸੇ ਕਿਸੇ ਬੱਚੇ ਨੇ ਮਤਲਬ ਪਾਸ ਹੋਣਾ ਆ, ਜਾਂ ਕਹਿ ਲਓ ਕਿ ਜਿਹੜੇ ਚੰਗੇ ਨਿਆਣੇ ਹੁੰਦੇ ਸੀਗੇ ਉਹ ਆਰਾਮ ਨਾਲ ਸਵੇਰੇ ਉੱਠ ਕੇ 5 ਵਜੇ ਪੜ੍ਹਦੇ ਹੁੰਦੇ ਸੀਗੇ। ਠੀਕ ਹੈ, ਸੋ ਦੈਟ ਵਾਜ਼ ਦਾ ਮੇਨ ਥਿੰਗ ਐਟ ਆਰ ਟਾਈਮ, ਸਾਡੇ ਟਾਈਮ 'ਤੇ ਹੁੰਦੀ ਸੀ। ਬਟ ਅੱਜ ਦੇ ਟਾਈਮ ਦੇ ਵਿੱਚ ਜਦੋਂ ਕਿ ਹਰ ਬੱਚਾ ਆਇਲਸ ਵਾਲੇ ਪਾਸੇ ਨੂੰ ਜਾ ਰਿਹਾ ਹੈ ਐਂਡ ਉਹਦੇ ਕੋਲ ਬਹੁਤ ਕੋਚਿੰਗ ਅਵੇਲੇਬਲ ਹੈਗੀ ਹੈ, ਕਾਫੀ ਉਹਦੇ ਕੋਲ ਔਨਲਾਈਨ ਪਲੈਟਫਾਰਮਸ ਹੋ ਗਏ ਨੇ, ਚਾਹੇ ਯੂਟਿਊਬ ਤੋਂ ਉਹਨੇ ਔਨਲਾਈਨ ਲੈਕਚਰਸ ਲੈਣੇ ਨੇ, ਚਾਹੇ ਉਹਨੇ ਪੋਡਕਾਸਟ ਸੁਣਨਾ ਆ, ਚਾਹੇ ਉਹਨੇ ਕਿਸੇ ਇੰਸਟੀਟਿਊਟ ਜਾ ਕੇ ਕਲਾਸਿਸ ਲੈਣੀਆਂ ਨੇ। ਸੋ ਬੱਚੇ ਦਾ ਜੋ ਇੱਕ ਟਾਈਮ ਹੈ ਉਹ ਬਹੁਤ ਕਰੂਸ਼ੀਅਲ ਹੋ ਚੁੱਕਾ ਹੈ, ਕਿਉਂਕਿ ਉਹਦੇ ਕੋਲ ਕਰਨ ਨੂੰ ਬਹੁਤ ਕੁਛ ਹੈ, ਬਟ ਹੀ ਔਰ ਸ਼ੀ ਇਜ਼ ਨਾਟ ਏਬਲ ਟੂ ਮੈਨੇਜ। ਸੋ ਅੱਜ ਜੋ ਵੀ ਆਪਾਂ ਗੱਲਾਂ ਕਰਾਂਗੇ, ਆਈਲ ਬੀ ਲਿਟਰਲੀ ਡਿਟੇਲਿੰਗ ਕਿ ਇੱਕ ਆਈਡਲ ਬੱਚਾ ਜਿਹਨੇ ਕਿ ਆਪਣੇ ਪੇਪਰ ਨੂੰ ਇੱਕ ਵਾਰੀ ਵਧੀਆ ਢੰਗ ਨਾਲ ਦੇਣਾ ਹੈ ਐਂਡ ਉਹਨੇ 7 ਬੈਂਡ ਜਾਂ 6.5 ਬੈਂਡ ਹਾਸਿਲ ਕਰਨੇ ਨੇ, ਕਹਿਣ ਨੂੰ ਮਤਲਬ ਕਿ ਇੱਕ ਸਕਸੈਸ ਹਾਸਿਲ ਕਰਨਾ ਹੈ। ਸੋ ਉਹਦਾ ਬੱਚੇ ਦਾ ਇੱਕ ਰੂਟੀਨ ਕੀ ਹੋਣਾ ਚਾਹੀਦਾ ਹੈ, ਵਾਟ ਮਸਟ ਬੀ ਦਾ ਰੂਟੀਨ, ਐਂਡ ਇਹ ਜੋ ਸਾਰਾ ਕੁਛ ਮੈਂ ਬੋਲੂੰਗਾ ਦੈਟ ਸ਼ੁੱਡ ਨਾਟ ਬੀ ਕਿ ਇਹੀ ਕਰਨਾ ਚਾਹੀਦਾ ਹੈ, ਦਿਸ ਕੈਨ ਬੀ ਮੋਡੀਫਾਈਡ ਆਲਸੋ, ਬਟ ਇਹਨੂੰ ਇੱਕ ਵਾਰੀ ਧਿਆਨ ਨਾਲ ਸੁਣਨਾ ਜ਼ਰੂਰੀ ਹੈ। ਅੱਛਾ, ਸੋ ਆਈਲ ਬੀ ਜਸਟ ਐਲੈਬੋਰੇਟਿੰਗ ਕਿ ਬੱਚੇ ਨੂੰ ਕਦੋਂ ਰਿਵਾਈਜ਼ ਕਰਨਾ ਚਾਹੀਦਾ ਹੈ, ਕਦੋਂ ਉਹਨੂੰ ਕੋਚਿੰਗ ਕਰਨੀ ਚਾਹੀਦੀ ਹੈ, ਕਦੋਂ ਉਹਨੂੰ ਪ੍ਰੈਕਟਿਸ ਕਰਨੀ ਚਾਹੀਦੀ ਹੈ। ਪਹਿਲਾਂ ਤਾਂ ਇਹਨਾਂ ਚੀਜ਼ਾਂ ਵੱਲ ਧਿਆਨ ਦਈਏ। ਨਾਓ ਦ ਫਸਟ ਇੰਪੋਰਟੈਂਟ ਥਿੰਗ ਜੋ ਕਿ ਮੈਨੂੰ ਜੋ ਲੱਗਦਾ ਹੈ, ਦਾ ਕੋਚਿੰਗ ਟਾਈਮ। ਜਿਹੜੇ ਤਾਂ ਬੱਚੇ +2 ਕਰਦੇ ਨੇ, ਦੇ ਹੈਵ ਜਸਟ ਕੰਪਲੀਟਿਡ ਦੇਅਰ +2, ਉਹ ਤਾਂ ਟੋਟਲੀ ਫ੍ਰੀ ਹੁੰਦੇ ਨੇ, ਦੇ ਆਰ ਫ੍ਰੀ ਐਂਡ ਉਹ ਆਪਣੀ ਕੋਚਿੰਗ ਦੇ ਉਹ ਸਟਾਰਟ ਕਰ ਸਕਦੇ, ਚਾਹੇ ਸਵੇਰ ਵਾਲਾ ਬੈਚ ਹੋਵੇ ਚਾਹੇ ਸ਼ਾਮ ਵਾਲਾ ਬੈਚ ਹੋਵੇ। ਬਟ ਮੇਰੇ ਅਕੋਰਡਿੰਗ, ਕਿਉਂਕਿ ਸਾਨੂੰ ਇੰਨੀਆਂ ਸਾਡੇ 14-15 ਸਾਲ ਜੋ ਸਾਡਾ ਸਕੂਲ ਦਾ ਇੱਕ ਰੂਟੀਨ ਹੁੰਦਾ ਕਿ ਸਵੇਰੇ ਜਾ ਕੇ ਅਸੀਂ ਕਲਾਸ ਵਿੱਚ ਇੱਕ ਅਟੈਂਟਿਵ ਮਾਈਂਡ ਨਾਲ ਪੜ੍ਹ ਪਾਉਂਦੇ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਬੱਚੇ ਨੂੰ ਸਵੇਰ ਦਾ ਬੈਚ ਅਗਰ ਮਿਲ ਜਾਏ ਫॉर ਦਾ ਕੋਚਿੰਗ, ਚਾਹੇ 10 ਵਜੇ ਆ ਚਾਹੇ 9 ਵਜੇ ਆ, ਜਿੰਨੇ ਮਰਜ਼ੀ ਵਜੇ ਆ, ਬੱਚੇ ਨੂੰ ਹਮੇਸ਼ਾ ਸਵੇਰੇ ਉੱਠ ਕੇ ਆਪਣੀ ਕਲਾਸਿਸ ਜੁਆਇਨ ਕਰਨੀਆਂ ਚਾਹੀਦੀਆਂ ਨੇ, ਰਾਦਰ ਦੈਨ ਵੇਟਿੰਗ ਫॉर ਸਮਬਡੀ ਐਂਡ ਮੁੜ ਕੇ ਦੁਪਹਿਰ ਦਾ ਬੈਚ ਹੋਵੇ। ਬਿਕੋਜ਼ ਤੁਹਾਡੀ ਜਿਹੜੀ ਗ੍ਰੈਬਿੰਗ ਪਾਵਰ ਹੁੰਦੀ ਹੈ ਹਰ ਬੰਦੇ ਦੀ, ਈਵਨ ਉਹ ਕੀ ਹੁੰਦੀ ਹੈ ਕਿ ਉਹ ਸਵੇਰੇ ਜ਼ਿਆਦਾ ਹੁੰਦੀ ਹੈ, ਜ਼ਿਆਦਾ ਅਟੈਂਟਿਵ ਹੁੰਦਾ ਹੈ, ਕਿਉਂਕਿ ਰਾਤ ਦੀ ਨੀਂਦ ਪੂਰੀ ਕੀਤੀ ਹੁੰਦੀ ਹੈ। ਸੋ ਮੋਰਨਿੰਗ ਇਜ਼ ਦਾ ਬੈਸਟ ਟਾਈਮ ਇਫ ਯੂ ਆਰ ਟੇਕਿੰਗ ਸਮ ਕਾਈਂਡ ਆਫ ਕੋਚਿੰਗ ਐਟ ਸਮ ਇੰਸਟੀਟਿਊਟ, ਜਾਂ ਤੁਸੀਂ ਉੱਦਾਂ ਵੀ ਪੜ੍ਹਦੇ ਹੋ। ਠੀਕ ਹੈ, ਸੋ ਮੋਰਨਿੰਗ ਬਹੁਤ ਇੰਪੋਰਟੈਂਟ ਹੈ, ਬਟ ਮੋਰਨਿੰਗ ਦਾ ਮਤਲਬ ਇਹ ਨਹੀਂ ਕਿ ਦੈਟ ਯੂ ਸ਼ੁੱਡ ਸਟਾਰਟ ਕੋਚਿੰਗ ਐਟ 5 o'clock ਇਨ ਦ ਮੋਰਨਿੰਗ। ਤੁਸੀਂ ਆਰਾਮ ਦੇ ਨਾਲ ਆਪਣਾ ਉੱਠ ਕੇ 8-9 ਵਜੇ, ਜਿੰਨੇ ਵਜੇ ਵੀ ਤੁਹਾਨੂੰ ਕੋਚਿੰਗ ਮਿਲਦੀ ਹੈ, ਦੈਟ ਮਸਟ ਬੀ ਯੋਰ ਟਾਈਮ ਵੇਅਰ ਯੂ ਲਿਟਰਲੀ ਆਰ ਸਿਟਿੰਗ ਇਨ ਦ ਕਲਾਸ ਐਂਡ ਤੁਸੀਂ ਉਸ ਚੀਜ਼ ਨੂੰ ਕਰ ਰਹੇ ਹੋ, ਦੈਟ ਇਜ਼ ਦ ਪ੍ਰੋਪਰ ਕੋਚਿੰਗ। ਠੀਕ ਹੈ, ਅੱਛਾ, ਹੁਣ ਆ ਗਈ ਅਗਲੀ ਗੱਲ। ਕੋਚਿੰਗ ਤਾਂ ਤੁਹਾਡਾ ਹੋ ਗਿਆ, ਠੀਕ ਹੈ, ਐਂਡ ਤੁਸੀਂ ਇੰਸਟੀਟਿਊਟ ਤੋਂ ਵਾਪਸ ਆ ਗਏ, ਉਸ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ? ਨਾਓ ਦ ਬੈਸਟ ਥਿੰਗ ਇਜ਼, ਕਿਉਂਕਿ ਸਿੰਸ ਤੁਸੀਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਾਂ ਲੈਟਸ ਸੇ 4 ਘੰਟੇ ਤੁਸੀਂ ਇੱਕ ਕੋਚਿੰਗ ਇੰਸਟੀਟਿਊਟ ਦੇ ਵਿੱਚ ਸਪੈਂਡ ਕੀਤੇ ਆ, ਦੈਨ ਥੱਕੇ ਹੋਵੋਗੇ। ਠੀਕ ਹੈ, ਯੂ ਮਸਟ ਬੀ ਟਾਇਰਡ। ਠੀਕ ਹੈ, ਐਂਡ ਉਸ ਵੇਲੇ ਕੀ ਕਰਨਾ ਚਾਹੀਦਾ ਹੈ? ਮਾਈ ਸੁਜੈਸ਼ਨ ਇਜ਼, ਜੋ ਮੈਨੂੰ ਲੱਗਦਾ ਹੈ ਕਿ ਬਹੁਤ ਇੰਪੋਰਟੈਂਟ ਹੈ, ਯੂ ਮਸਟ ਈਟ ਗੁੱਡ। ਸੋਹਣੀ ਰੋਟੀ ਖਾਓ, ਘਰ ਆਓ ਆਰਾਮ ਦੇ ਨਾਲ, ਬਾਹਰੋਂ ਨਾ ਖਾਓ। ਡੋਂਟ ਈਟ ਜੰਕ ਫੂਡ ਜਦੋਂ ਤੁਸੀਂ ਪ੍ਰੈਕਟਿਸ ਕਰ ਰਹੇ ਹੋ, ਬਿਕੋਜ਼ ਉਹ ਤੁਹਾਨੂੰ ਲੇਜ਼ੀ ਐਂਡ ਲਥਾਰਜਿਕ ਬਣਾਏਗਾ। ਠੀਕ ਹੈ, ਕਮ ਹੋਮ, ਠੀਕ ਹੈ, ਹੋਮ ਮੇਡ ਫੂਡ ਖਾਓ, ਆਰਾਮ ਦੇ ਨਾਲ ਆਪਣਾ ਸਪੈਂਡ ਟਾਈਮ ਵਿਦ ਯੋਰ ਫੈਮਿਲੀ ਐਂਡ ਆਰਾਮ ਨਾਲ ਰੋਟੀ ਪਾਣੀ ਖਾਓ। ਐਂਡ ਉਦੋਂ ਉਸ ਟਾਈਮ ਤੁਹਾਡਾ ਇੱਕ ਹੋਰ ਜੋ ਇੱਕ ਰੂਟੀਨ ਸੈੱਟ ਹੋਣਾ ਚਾਹੀਦਾ ਹੈ, ਜੋ ਇੱਕ ਪਾਰਟ ਹੋਣਾ ਚਾਹੀਦਾ, ਦੈਟ ਤੁਹਾਡੇ ਦਿਮਾਗ ਵਿੱਚ ਆਉਣਾ ਚਾਹੀਦਾ, ਵਟ ਮਸਟ ਬੀ ਮਾਈ ਸੋਰਸ ਆਫ ਐਂਟਰਟੇਨਮੈਂਟ। ਆਪਾਂ ਕੀਤਾ ਕੀ ਹੈ, ਪਹਿਲਾਂ ਧਿਆਨ ਨਾਲ ਸਮਝੋ ਕਿ ਆਪਾਂ ਸਵੇਰੇ 9 ਵਜੇ ਜਾਂ 10 ਵਜੇ ਆਪਣੀ ਕੋਚਿੰਗ ਇੰਸਟੀਟਿਊਟ ਜੁਆਇਨ ਕੀਤਾ ਹੋਇਆ। ਠੀਕ ਹੈ, ਵੀ ਆਰ ਕਮਿੰਗ ਬੈਕ ਬਾਈ 1 or 2 ਵਜੇ ਆ ਕੇ, ਬਿਕੋਜ਼ ਤੁਸੀਂ ਰੈਗੂਲਰ ਪੜ੍ਹ ਰਹੇ ਹੋ। ਠੀਕ ਹੈ, ਤੁਸੀਂ 2 ਵਜੇ ਆ ਕੇ ਆਰਾਮ ਨਾਲ ਆਪਣੀ ਰੋਟੀ ਖਾਓ। ਠੀਕ ਹੈ, ਰੋਟੀ ਖਾਓ ਐਂਡ ਤੁਹਾਡੇ ਦਿਮਾਗ ਵਿੱਚ ਆਉਣਾ ਚਾਹੀਦਾ ਹੈ ਕਿ ਵਟ ਆਈ ਮਸਟ ਬੀ ਡੂਇੰਗ ਫॉर ਮਾਈ ਐਂਟਰਟੇਨਮੈਂਟ। ਹੁਣ ਐਂਟਰਟੇਨਮੈਂਟ ਲਈ ਮੈਂ ਕੀ ਕਰਾਂ?
ਹੁਣ ਐਂਟਰਟੇਨਮੈਂਟ ਲਈ ਜਦੋਂ ਤੁਸੀਂ ਵੈਸੇ ਤਾਂ ਬਹੁਤ ਕੁਝ ਕਰਦੇ ਆ, ਕੋਈ ਲੋਕੀ ਕ੍ਰਿਕਟ ਦੇਖਦੇ ਨੇ, ਜਸਟ ਫੋਲੋ ਸਮ ਕਾਈਂਡ ਆਫ ਇਨਫਲੂਐਂਸਰ ਔਨ ਇੰਸਟਾਗ੍ਰਾਮ ਐਂਡ ਰੀਲਸ ਵਗੈਰਾ ਦੇਖਦੇ ਨੇ। ਬਟ ਮੇਰੀ ਸੁਜੈਸ਼ਨ ਹੈਗੀ ਹੈ ਕਿ ਆਇਲਸ ਜਦੋਂ ਤੁਸੀਂ ਪ੍ਰੀਪੇਅਰ ਕਰ ਰਹੇ ਹੋ, ਯੂ ਮਸਟ ਲਿਸਨ ਟੂ ਦ ਵੇਰੀਅਸ ਕਾਈਂਡ ਆਫ ਪੋਡਕਾਸਟ ਹੋਣੇ ਚਾਹੀਦੇ ਨੇ। ਰੋਟੀ ਖਾ ਰਹੇ ਹੋ, ਕੋਈ ਨਾ ਕੋਈ ਪੋਡਕਾਸਟ ਲਾ ਲਓ, ਹੈਡਫੋਨ ਲਾ ਲਓ, ਆਰਾਮ ਨਾਲ ਹੈਵ ਯੂਰ ਫੂਡ ਐਂਡ ਤੁਸੀਂ ਸੁਣਨਾ ਸ਼ੁਰੂ ਕਰ ਦਿਓ ਪੋਡਕਾਸਟ ਨੂੰ, ਠੀਕ ਹੈ। ਤੁਸੀਂ ਕਨਵਰਸੇਸ਼ਨ ਸੁਣੋ, ਚਾਹੇ ਯੂਟਿਊਬ 'ਤੇ ਕੋਈ ਨਾ ਕੋਈ ਵੀਡੀਓਜ਼ ਨੇ, ਕੋਈ ਇੰਟਰਵਿਊਜ਼ ਨੇ, ਠੀਕ ਹੈ, ਉਹ ਇੰਟਰਵਿਊਜ਼ ਨੂੰ ਸੁਣਿਆ ਕਰੋ। ਉਹਦੇ ਨਾਲ ਕੀ ਹੋਏਗਾ, ਇੱਕ ਪਾਸੇ ਤੁਹਾਨੂੰ ਐਂਟਰਟੇਨਮੈਂਟ ਵੀ ਹੋਏਗਾ, ਯੂ ਵਿਲ ਬੀ ਫੀਲਿੰਗ ਰਿਲੈਕਸ ਆਲਸੋ, ਦੂਜੇ ਪਾਸੇ ਯੂ ਵਿਲ ਬੀ ਈਵਨ ਪ੍ਰੀਪੇਅਰਿੰਗ ਇਨ ਦੋਜ਼ ਮੋਮੈਂਟਸ ਐਜ਼ ਵੈਲ। ਜਿੱਥੇ ਤੁਸੀਂ ਕਿ ਪਹਿਲਾਂ ਆਪਣੇ ਆਪ ਨੂੰ ਜਸਟ ਇੱਕ ਐਂਟਰਟੇਨਮੈਂਟ ਦੇ ਪੱਖ ਤੋਂ ਦੇਖਦੇ ਹੁੰਦੇ ਸੀਗੇ, ਤੁਸੀਂ ਇੱਕ ਆਇਲਸ ਦੇ ਪੱਖ ਤੋਂ, ਉਹਦੀ ਤਿਆਰੀ ਦੇ ਪੱਖ ਤੋਂ ਵੀ ਉਸ ਟਾਈਮ ਨੂੰ ਯੂਟੀਲਾਈਜ਼ ਕਰ ਸਕਦੇ ਹੋ। ਅੱਛਾ, ਇਹਨਾਂ 'ਚੋਂ ਇੱਕ ਗੱਲ ਮੈਂ ਭੁੱਲ ਗਿਆ ਸ਼ੁਰੂ ਦੇ ਵਿੱਚ ਕਹਿਣੀ। ਸਵੇਰ ਦਾ ਜੋ ਤੁਹਾਡਾ ਟਾਈਮ ਹੋਣਾ ਚਾਹੀਦਾ ਹੈ ਬਿਫੋਰ ਕੋਚਿੰਗ, ਯੂ ਮਸਟ ਨਾਟ ਟੇਕ ਹੈਵੀ ਬ੍ਰੇਕਫਾਸਟ ਨਾ ਕਰਿਆ ਕਰੋ, ਲਾਈਟ ਬ੍ਰੇਕਫਾਸਟ ਕਰੋ, ਫੂਡ ਲਓ ਜਾਂ ਥੋੜ੍ਹਾ ਜਿਹਾ ਫਰੂਟ ਵਗੈਰਾ ਕੋਈ ਨਾ ਕੁਛ ਖਾ ਲਓ, ਸੋ ਦੈਟ ਤੁਹਾਨੂੰ ਪੂਰਾ ਜਿਹਾ ਅਲਰਟਨੈਸ ਰਹੇ, ਠੀਕ ਹੈ। ਬਿਕੋਜ਼ ਅਗਰ ਤੁਸੀਂ ਪਰੌਂਠੇ ਜਾਂ ਕੁਛ ਨਾ ਕੁਛ ਇੱਦਾਂ ਦੀ ਚੀਜ਼ ਖਾ ਕੇ ਜਾਂਦੇ ਹੋ ਤਾਂ ਕਲਾਸ ਵਿੱਚ ਬਹਿ ਕੇ ਤੁਹਾਨੂੰ ਥੋੜ੍ਹੀ ਬਹੁਤ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਸੋ ਕੋਚਿੰਗ ਵੇਲੇ ਬਿਕੋਜ਼ ਤੁਸੀਂ ਬਹੁਤ ਅਟੈਂਟਿਵ ਅਤੇ ਅਲਰਟ ਹੋਣਾ ਹੁੰਦਾ ਆ, ਤੁਹਾਡਾ ਮੇਨ ਟਾਰਗੇਟ ਹੋਣਾ ਚਾਹੀਦਾ ਲਿਸਨਿੰਗ ਟੂ ਦ ਟੀਚਰ। ਉਹ ਟੀਚਰ ਨੂੰ ਸੁਣਨ ਲਈ ਤੁਹਾਡੀ ਅਟੈਂਟਿਵਨੈਸ ਕਿੱਦਾਂ ਆਏਗੀ, ਦੈਟ ਵਿਲ ਬੀ ਓਨਲੀ ਇਨ ਦ ਮੋਰਨਿੰਗ ਇਫ ਯੂ ਆਰ ਈਟਿੰਗ ਅ ਵੈਰੀ ਨੋਰਮਲ ਡਾਈਟ, ਠੀਕ ਹੈ। ਹੈਵੀ ਡਾਈਟ ਖਾਣੀ ਹੈ ਜਾਂ ਉਹ ਤੋਂ ਜੋ ਠੀਕ ਡਾਈਟ ਖਾਣੀ ਹੈ, ਮੇਰੇ ਅਕੋਰਡਿੰਗ ਤੁਹਾਨੂੰ ਜਿਹੜਾ ਤੁਹਾਡਾ ਆਫਟਰਨੂਨ ਹੈਗਾ ਆ, ਦੈਟ ਮਸਟ ਬੀ ਯੋਰ ਗੁੱਡ ਥਿੰਗ, ਜਿੱਥੇ ਆ ਕੇ ਤੁਸੀਂ ਆਫਟਰਨੂਨ ਦੇ ਵਿੱਚ ਇੱਕ ਵਧੀਆ ਘਰੇ ਬਹਿ ਕੇ ਡਾਈਟ ਆਪਣੀ ਲੈ ਰਹੇ ਹੋ ਵਾਈਲ ਲਿਸਨਿੰਗ ਟੂ ਸਮ ਕਾਈਂਡ ਆਫ ਪੋਡਕਾਸਟ, ਠੀਕ ਹੈ। ਦੈਟ ਮਸਟ ਬੀ ਯੋਰ ਸੋਰਸ ਆਫ ਐਂਟਰਟੇਨਮੈਂਟ ਐਂਡ ਦੈਟ ਕੈਨ ਬੀ ਐਕਸਟੈਂਡਿਡ ਅਪ ਟੂ 1 ਆਵਰ, ਈਵਨ 1.5 ਘੰਟਾ ਜਾਂ 2 ਘੰਟੇ, ਬਿਕੋਜ਼ ਸਵੇਰ ਦੇ ਤੁਸੀਂ ਥੱਕੇ ਹੋਵੋਗੇ। ਸੋ ਯੂ ਨੀਡ ਟਾਈਮ ਫॉर ਪ੍ਰੋਪਰ ਉਹਨੂੰ ਇੱਕ ਵਾਰੀ ਸਮਝਣ ਨੂੰ, ਆਪਣੇ ਆਪ ਨੂੰ ਰਿਲੈਕਸ ਕਰਨ ਨੂੰ। ਸੋ ਦਿਸ ਇਜ਼ ਦਾ ਸੈਕੰਡ ਥਿੰਗ ਦੈਟ ਯੂ ਮਸਟ ਬੀ ਡੂਇੰਗ ਇਨ ਦ ਹੋਲ ਡੇ, ਐਂਡ ਦੈਟ ਟੂ ਆਫਟਰ ਯੂਰ ਕੋਚਿੰਗ। ਨਾਓ ਦ ਨੈਕਸਟ ਥਿੰਗ ਜੋ ਤੁਹਾਨੂੰ ਕਰਨੀ ਚਾਹੀਦੀ ਹੈ, ਹਾਂ ਤੁਸੀਂ ਐਂਟਰਟੇਨਮੈਂਟ ਕਰ ਲਿਆ, ਠੀਕ ਹੈ, ਐਂਡ ਥੋੜ੍ਹਾ ਜਿਹਾ ਚਲੋ ਨੈਪ ਵੀ ਲੈ ਲਿਆ ਤੁਸੀਂ, ਥੋੜ੍ਹਾ ਜਿਹਾ ਆਪਣੇ ਆਪ ਨੂੰ, ਬੋਡੀ ਨੂੰ ਰੈਸਟ ਵੀ ਦੇ ਲਈ, ਮਾਈਂਡ ਰੈਸਟ ਦੇ ਲਈ। ਤੁਹਾਨੂੰ ਹੁਣ ਪ੍ਰੈਕਟਿਸ ਕਦੋਂ ਕਰਨੀ ਚਾਹੀਦੀ ਹੈ, ਵਾਟ ਮਸਟ ਬੀ ਦਾ ਟਾਈਮ ਆਫ ਯੂਰ ਪ੍ਰੈਕਟਿਸ। ਪਹਿਲਾ ਟਾਈਮ ਕੀ ਸੀਗਾ, ਪਹਿਲਾ ਟਾਈਮ ਸੀਗਾ ਸਾਡਾ ਕੋਚਿੰਗ ਦਾ। ਦੂਜਾ ਟਾਈਮ ਕੀ ਸਾਡਾ ਸੀਗਾ ਐਂਟਰਟੇਨਮੈਂਟ ਦਾ, ਜਿਹਦੇ ਵਿੱਚ ਅਸੀਂ ਰੋਟੀ ਖਾਧੀ ਹੈ, ਪੋਡਕਾਸਟ ਸੁਣੇ ਨੇ। ਹੁਣ ਥਰਡ ਟਾਈਮ ਤੁਹਾਡਾ ਸ਼ੁਰੂ ਹੁੰਦਾ ਹੈ, ਦੈਟ ਇਜ਼ ਯੋਰ ਪ੍ਰੈਕਟਿਸ, ਠੀਕ ਹੈ। ਹੁਣ ਪ੍ਰੈਕਟਿਸ ਟਾਈਮ ਕਿੰਨੇ ਵਜੇ ਸ਼ੁਰੂ ਹੋਣਾ ਚਾਹੀਦਾ, ਮੈਂ ਟੈਂਟੇਟਿਵ ਗੱਲ ਕਰਦਾ ਕਿ 2 ਵਜੇ ਸਾਡੀ ਕੋਚਿੰਗ ਖਤਮ ਹੋਈ, 2 ਵਜੇ ਖਤਮ ਹੋਈ, 2:30 ਵਜੇ ਅਸੀਂ ਘਰ ਪਹੁੰਚੇ, 2:30 ਤੋਂ 4:30 ਤੱਕ ਤੁਸੀਂ ਆਪਣੀ ਰੱਜ ਕੇ ਰੋਟੀ ਪਾਣੀ ਖਾਓ, ਰੱਜ ਕੇ ਚੀਜ਼ਾਂ ਦੇਖੋ, ਚਾਹੇ ਰੈਸਟ ਕਰੋ। 4:30 ਤੋਂ ਬਾਅਦ ਯੂ ਮਸਟ ਪ੍ਰੈਕਟਿਸ ਐਨੀ ਵਨ ਮੋਡਿਊਲ, ਤੁਹਾਨੂੰ ਇੱਕ ਅੱਧਾ ਮੋਡਿਊਲ ਪ੍ਰੈਕਟਿਸ ਕਰਨਾ ਚਾਹੀਦਾ ਹੈ। ਐਂਡ ਪ੍ਰੈਕਟਿਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਘਰਦਿਆਂ ਨੂੰ ਦਿਖਾਉਣ ਲਈ ਕਾਪੀ ਖੋਲ੍ਹ ਕੇ ਬਹਿ ਗਏ। ਪ੍ਰੈਕਟਿਸ ਦਾ ਮਤਲਬ ਕੀ ਹੈ ਕਿ ਪ੍ਰੋਪਰ ਟਾਈਮ ਲਾ ਕੇ ਅਗਰ ਤੁਸੀਂ ਰੀਡਿੰਗ ਕਰਨੀ ਹੈ ਤਾਂ ਪ੍ਰੋਪਰ ਰੀਡਿੰਗ ਕਰੋ। ਅਗਰ ਪ੍ਰੋਪਰ ਟਾਈਮ ਲਾ ਕੇ ਤੁਸੀਂ ਲਿਸਨਿੰਗ ਜੋ ਤੁਸੀਂ ਕਰਦੇ ਹੀ ਹੋ ਜਾਂ ਰਾਈਟਿੰਗ ਕਰਦੇ ਹੋ, ਉਹਨੂੰ ਇੱਕ ਪ੍ਰੋਪਰ ਟਾਈਮ ਲਾ ਕੇ ਕਰੋ। ਐਵਰੀ ਡੇ ਯੂ ਮਸਟ ਬੀ ਡੂਇੰਗ ਅ ਸਿੰਗਲ ਮੋਡਿਊਲ। ਇਹ ਮੈਂ ਨੋਰਮਲ ਦਿਨਾਂ ਦੀ ਗੱਲ ਕਰ ਰਿਹਾ, ਜਦੋਂ ਅਸੀਂ ਪੇਪਰ ਨਹੀਂ ਭਰਿਆ। ਸੋ ਨੋਰਮਲ ਦਿਨਾਂ ਦੇ ਵਿੱਚ ਮਤਲਬ ਕਿੱਦਾਂ ਕਿ ਤੁਸੀਂ ਆਪਣੇ ਜਦੋਂ ਰੋਟੀ ਪਾਣੀ ਖਾ ਲਿਆ, ਕੋਈ ਵੀ ਇੱਕ ਮੋਡਿਊਲ 1 ਘੰਟੇ ਲਈ ਪ੍ਰੋਪਰ ਪ੍ਰੈਕਟਿਸ ਕਰੋ, ਠੀਕ ਹੈ। 1 ਘੰਟਾ ਜਾਂ ਹੱਦ 1.5 ਘੰਟਾ। ਹੁਣ ਪ੍ਰੈਕਟਿਸ ਕਰਨ ਦਾ ਮਤਲਬ ਕੀ ਹੈ, ਪ੍ਰੈਕਟਿਸ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਪ੍ਰੋਪਰ ਇੱਕ ਆਪਣੇ ਘਰੇ ਡੈਡੀਕੇਟ ਅ ਕੰਪਲੀਟ ਰੂਮ ਫॉर ਯੂ, ਜਾਂ ਇੱਕ ਕੋਨਾ ਕਿਸੇ ਘਰ ਦਾ ਜਿੱਥੇ ਤੁਹਾਨੂੰ ਕੋਈ ਡਿਸਟਰਬ ਨਾ ਕਰੇ। ਆਪਣਾ ਜੋ ਕੋਚਿੰਗ ਦਾ ਮਟੀਰੀਅਲ ਜੋ ਤੁਸੀਂ ਡੇਲੀ ਜੋ ਸੋਲਵ ਕੀਤਾ ਹੋਇਆ ਕੋਚਿੰਗ ਇੰਸਟੀਟਿਊਟ ਦੇ ਵਿੱਚ, ਮੈਂ ਉਹਦੀ ਗੱਲ ਨਹੀਂ ਕਰਦਾ, ਠੀਕ ਹੈ। ਕੈਂਬਰਿਜ ਦੀਆਂ ਬੁੱਕਸ ਔਨਲਾਈਨ ਫ੍ਰੀ ਆਫ ਕਾਸਟ ਅਵੇਲੇਬਲ ਨੇ, ਜਸਟ ਉਹਨਾਂ ਦੀ PDFs ਡਾਊਨਲੋਡ ਕਰ ਲਓ, ਉਹਨਾਂ ਨੂੰ ਪ੍ਰਿੰਟ ਕਢਵਾ ਲਓ। ਪ੍ਰਿੰਟ ਕਢਵਾਉਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਡੇਲੀ ਆਪਣੇ ਲੈਵਲ 'ਤੇ ਖੁਦ ਸੋਲਵ ਕਰਨੀਆਂ ਸ਼ੁਰੂ ਕਰ ਦਿਓ, ਠੀਕ ਹੈ। ਐਂਡ ਅਗਰ ਕਿਸੇ ਨੂੰ ਕੈਂਬਰਿਜ ਦੀਆਂ ਬੁੱਕਸ ਨਹੀਂ ਮਿਲਦੀਆਂ, ਕਮੈਂਟ ਇਨ ਦਾ ਬਾਕਸ, ਜਿਹੜਾ ਹੈਗਾ ਕਮੈਂਟ ਬਾਕਸ, ਉਹਦੇ ਵਿੱਚ ਕਮੈਂਟ ਕਰੋ, ਮੈਂ ਤੁਹਾਨੂੰ ਸਿੱਧੀਆਂ ਡਾਇਰੈਕਟ ਮੇਲ ਕਰ ਦੂੰਗਾ, ਠੀਕ ਹੈ। ਐਂਡ ਤੁਸੀਂ ਆਪਣੇ ਉੱਥੋਂ ਆਪਣਾ ਰਿਵਾਈਜ਼ ਕਰ ਸਕਦੇ ਹੋ ਉਹਨਾਂ ਦੇ ਪ੍ਰਿੰਟ ਕਢਾ ਕੇ। ਹੁਣ ਉਹ ਟੈਸਟ ਜਦੋਂ ਤੁਸੀਂ ਸੋਲਵ ਕਰ ਰਹੇ ਹੋ, ਮੈਂ ਤੁਹਾਨੂੰ 2 ਮੋਡਿਊਲ ਜਾਂ 3 ਮੋਡਿਊਲ ਕਰਨ ਨੂੰ ਨਹੀਂ ਕਹਿ ਰਿਹਾ, ਆਈ ਐਮ ਜਸਟ ਸੇਇੰਗ ਕਿ ਤੁਸੀਂ ਰੋਜ਼ ਦਾ 1 ਮੋਡਿਊਲ ਕਰਨਾ ਆਫਟਰ ਹੈਵਿੰਗ ਫੂਡ। ਉਹਦੇ ਨਾਲ ਕੀ ਹੋਏਗਾ ਕਿ ਜੋ ਸਵੇਰੇ ਤੁਸੀਂ ਜੋ ਕੀਤਾ ਹੋਇਆ, ਇਟ ਵਿਲ ਗੈਟ ਅ ਲਿਟਲ ਇੱਕ ਤੁਹਾਨੂੰ ਪ੍ਰੈਕਟਿਸ ਆਪਣੇ ਲੈਵਲ 'ਤੇ ਵੀ ਕਰ ਲਓਗੇ। ਕਿਉਂਕਿ ਕਿਤੇ ਨਾ ਕਿਤੇ ਕੋਚਿੰਗ ਦੇ ਵਿੱਚ ਹੁੰਦਾ ਕਿ ਦੈਟ ਇਜ਼ ਕਾਈਂਡ ਆਫ ਅ ਸਪੂਨ ਫੀਡਿੰਗ, ਉਹ ਇੱਕ ਸਪੂਨ ਫੀਡਿੰਗ ਹੁੰਦੀ ਹੈ। ਬਟ ਜਦੋਂ ਤੁਸੀਂ ਆਪਣੇ ਲੈਵਲ 'ਤੇ ਕੀਤਾ, ਤੁਹਾਨੂੰ ਉਹਦੀ ਜ਼ਿਆਦਾ ਕਲੈਰਿਟੀ ਆਏਗੀ, ਠੀਕ ਹੈ। ਹੁਣ 4:30 ਤੋਂ ਲੈ ਕੇ 5:30 6 ਵਜੇ ਤੱਕ, ਠੀਕ ਹੈ, ਦੈਟ ਮਸਟ ਬੀ ਯੋਰ ਟਾਈਮ ਜਿਹਦੇ ਵਿੱਚ ਤੁਸੀਂ ਆਪਣੀ ਇੱਕ ਵਾਰੀ ਪ੍ਰੈਕਟਿਸ ਕਰ ਲਈ ਹੈ। ਸੋ ਇਹ ਇੱਕ ਬਹੁਤ ਇੰਪੋਰਟੈਂਟ ਟਾਈਮ ਹੈ। ਅੱਛਾ, ਹੁਣ ਆ ਗਿਆ 6 ਵੱਜ ਗਏ ਨੇ, ਠੀਕ ਹੈ।
ਹੁਣ ਇਮੈਜਿਨ ਕਰੋ ਕਿ ਕੋਈ ਵੀ ਤੁਸੀਂ ਐਕਟੀਵਿਟੀ ਕੀਤੀ ਹੈ ਸਵੇਰੇ, ਲੈਟਸ ਸੇ ਤੁਸੀਂ 8 ਵਜੇ ਉੱਠੇ ਜਾਂ 7 ਵਜੇ ਉੱਠੇ, ਜਿੰਨੇ ਮਰਜ਼ੀ ਵਜੇ ਉੱਠੇ, ਤੁਸੀਂ ਕੋਚਿੰਗ ਇੰਸਟੀਟਿਊਟ ਗਏ, ਤੁਸੀਂ ਵਾਪਸ ਆਏ, ਫਿਰ ਪ੍ਰੈਕਟਿਸ ਕਰਨ ਲੱਗ ਪਏ। ਯੂ ਆਰ ਜਸਟ ਸਿਟਿੰਗ ਔਨ ਦ ਟੇਬਲ ਔਰ ਸਮ ਕਾਈਂਡ ਆਫ ਚੇਅਰ, ਤੁਸੀਂ ਬੈਠੇ ਹੋ, ਫਿਜ਼ੀਕਲ ਐਕਟੀਵਿਟੀ ਤੁਹਾਡੀ ਨਹੀਂ ਹੈਗੀ। ਸੋ ਜਿਹੜਾ 6 ਵਜੇ ਦਾ ਟਾਈਮ ਹੈ, 6 ਵਜੇ ਤੋਂ ਲੈ ਕੇ ਹੱਦ 8 ਵਜੇ ਤੱਕ, ਠੀਕ ਹੈ, ਦੈਟ ਮਸਟ ਬੀ ਡੈਡੀਕੇਟਿਡ ਟੂਵਰਡਸ ਯੂਰ ਫਿਜ਼ੀਕਲ ਐਕਟੀਵਿਟੀ। ਇਟ ਕੈਨ ਬੀ ਤੁਸੀਂ ਚਾਹੇ ਸੈਰੀ ਕਰੋ, ਚਾਹੇ ਤੁਸੀਂ ਜਿਮ ਜੁਆਇਨ ਕਰੋ, ਚਾਹੇ ਤੁਸੀਂ ਫੁੱਟਬਾਲ ਖੇਡੋ, ਚਾਹੇ ਗਲੀ ਦੇ ਵਿੱਚ ਉੱਦਾਂ ਹੀ ਜਸਟ ਰੋਮ ਹੇਅਰ ਐਂਡ ਦੇਅਰ ਮਸਟ ਬੀ ਸਮ ਕਾਈਂਡ ਆਫ ਫਿਜ਼ੀਕਲ ਐਕਟੀਵਿਟੀ। ਉਹਦੇ ਨਾਲ ਕੀ ਹੋਏਗਾ ਕਿ ਤੁਹਾਡੇ ਜੋ ਇੱਕ ਬੋਡੀ ਦਾ ਜੋ ਇੱਕ ਮੈਟਾਬੋਲਿਜ਼ਮ ਹੈ ਦੈਟ ਵਿਲ ਇੰਪਰੂਵ। ਉਹ ਇੰਪਰੂਵ ਆਪਾਂ ਕਰਨਾ ਕਿਉਂ ਹੈ? ਹੁਣ ਸਿੱਧੀ ਜੀ ਗੱਲ ਹੈ ਵੀ ਜਿਮ ਤਾਂ ਉੱਦਾਂ ਵੀ ਬਹੁਤ ਜੁਆਇਨ ਕਰਦੇ ਰਹਿੰਦੇ ਸੀਗੇ, ਇਸ ਵੇਲੇ ਜਿਮ ਜੁਆਇਨ ਕਰਨਾ ਜਾਂ ਖੇਡਣ ਦਾ ਮਤਲਬ ਕੀ ਹੈ? ਉਹ ਇਸ ਕਰਕੇ ਹੈ ਕਿ ਜੋ ਵੀ ਤੁਸੀਂ ਤੁਹਾਡੀ ਇੱਕ ਜੋ ਮਾਈਂਡ ਦੀ ਗ੍ਰੈਬਿੰਗ ਪਾਵਰ ਹੁੰਦੀ ਹੈ ਨਾ, that is very much related to your body ਦੀ ਹੈਲਥ। ਅਗਰ ਤੁਹਾਡਾ ਮਾਈਂਡ ਫਰੈਸ਼ ਚਾਹੀਦਾ ਤੁਹਾਨੂੰ, ਠੀਕ ਹੈ, ਤਾਂ ਤੁਹਾਨੂੰ ਤੁਹਾਡੀ ਬੋਡੀ ਵੀ ਫਰੈਸ਼ ਚਾਹੀਦੀ ਹੈ। ਹੁਣ ਬੋਡੀ ਫਰੈਸ਼ ਕਿੱਦਾਂ ਹੁੰਦੀ ਹੈ? ਬੋਡੀ ਫਰੈਸ਼ ਉਸ ਤੋਂ ਹੁੰਦੀ ਹੈ ਜਦੋਂ ਤੁਸੀਂ ਲੰਬੇ ਲੰਬੇ ਸਾਹ ਲੈਂਦੇ ਹੋ। ਯੂ ਇਨਹੇਲ ਐਂਡ ਦੈਨ ਯੂ ਐਕਸੇਲ। ਹੁਣ ਇਨਹੇਲਿੰਗ ਐਂਡ ਐਕਸੇਲਿੰਗ ਲਈ ਤੁਹਾਨੂੰ ਫਿਜ਼ੀਕਲ ਐਕਟੀਵਿਟੀ ਹੋਣੀ ਤੁਹਾਡੀ ਬਹੁਤ ਜ਼ਰੂਰੀ ਹੈ, ਜਿਹਦੇ ਵਿੱਚ ਤੁਹਾਡਾ ਕਹਿ ਲਓ ਕਿ ਰੋਮ ਵਿੱਚੋਂ ਤੁਹਾਨੂੰ ਇੱਕ ਜੋ ਸਵੈਟਿੰਗ ਹੁੰਦੀ ਹੈ ਦੈਟ ਇਜ਼ ਵੈਰੀ ਗੁੱਡ ਫॉर द ਬੋਡੀ ਐਂਡ ਈਵਨ ਫॉर द ਅਲਰਟਨੈਸ ਆਫ ਦ ਮਾਈਂਡ। ਹੁਣ ਨਹੀਂ ਕਰੋਗੇ ਤਾਂ ਉਹਦੇ ਨਾਲ ਹੋਊਗਾ ਕਿ ਤੁਹਾਡੇ ਜੋ ਇੱਕ ਤਾਂ ਬੈਠੇ ਬੈਠੇ ਓਬੈਸਿਟੀ, ਮੋਟਾਪਾ, ਦੂਜਾ ਜਿਹੜਾ ਮੇਨ ਹੈਗਾ ਆ ਕਿ ਤੁਹਾਡਾ ਜੋ ਇੱਕ ਗ੍ਰੈਬਿੰਗ ਪਾਵਰ ਹੈ, ਤੁਹਾਡਾ ਜੋ ਚਾਹੇ ਤੁਸੀਂ ਕੋਚਿੰਗ ਦੇ ਟਾਈਮ ਕਰ ਰਹੇ ਹੋ, ਚਾਹੇ ਪ੍ਰੈਕਟਿਸ ਦੇ ਟਾਈਮ ਕਰ ਰਹੇ ਹੋ, ਚਾਹੇ ਐਂਟਰਟੇਨਮੈਂਟ ਦੇ ਟਾਈਮ ਯੂ ਆਰ ਗੈਟਿੰਗ ਯੂਰਸੈਲਫ ਐਂਟਰਟੇਨਡ, ਦੈਟ ਵਿਲ ਬੀ ਕਿਤੇ ਨਾ ਕਿਤੇ ਉਹ ਖਤਮ ਹੁੰਦਾ ਰਹੇਗਾ ਡੇ ਬਾਏ ਡੇ। ਕਿਉਂ ਉਹ ਲੈਕ ਹੁੰਦਾ ਰਹੇਗਾ? ਕਿਉਂਕਿ ਤੁਸੀਂ ਜਦੋਂ ਫਿਜ਼ੀਕਲ ਐਕਟੀਵਿਟੀ ਨਹੀਂ ਕੀਤੀ, ਦੈਟ ਵਿਲ ਲਿਟਰਲੀ ਕਿਲ ਯੂਰ ਸਪਿਰਿਟ ਆਫ ਡੂਇੰਗ ਐਨੀਥਿੰਗ, ਠੀਕ ਹੈ। ਫਿਜ਼ੀਕਲ ਐਕਟੀਵਿਟੀ ਇਜ਼ ਗੁੱਡ ਫॉर ਕੀਪਿੰਗ ਯੂਰਸੈਲਫ ਮੋਟੀਵੇਟਡ, ਠੀਕ ਹੈ। ਆਈ ਹੈਵ ਸੀਨ ਲੋਟ ਆਫ ਸਟੂਡੈਂਟਸ, ਮੈਂ ਬਹੁਤ ਬੱਚੇ ਦੇਖੇ ਨੇ ਜਿਨ੍ਹਾਂ ਨੇ ਕਹਿ ਲਓ ਕਿ ਟੈਨਿਸ ਖੇਡਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੇ ਜਿਮ ਜਾਣਾ ਸ਼ੁਰੂ ਕਰ ਦਿੱਤਾ, ਐਂਡ ਉਹਨਾਂ ਦਾ ਸਾਰਾ ਆਪਣਾ ਐਗਰੈਸ਼ਨ ਜੋ ਉਹਨਾਂ ਦੇ ਕਹਿ ਲਓ ਕਿ ਕੁਛ ਵੀ ਸੀਗੇ, ਚਾਹੇ ਉਹ ਆਇਲਸ ਨੂੰ ਲੈ ਕੇ ਹੀ ਐਗਰੈਸ਼ਨ ਸੀਗੇ, ਉਹ ਸਾਰਾ ਕੁਛ ਉਹਨਾਂ ਨੇ ਦੇ ਹੈਵ ਜਸਟ ਇੱਕ ਸਾਈਡ 'ਤੇ ਕਰਕੇ ਆਪਣੇ ਆਪ ਨੂੰ ਉਸ ਪਾਸੇ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਸੋ ਦਿਸ ਇਜ਼ ਅ ਵੈਰੀ ਗੁੱਡ ਟਾਈਮ 6 ਤੋਂ ਲੈ ਕੇ 8 ਵਜੇ ਤੱਕ, ਠੀਕ ਹੈ। ਤੁਸੀਂ ਆਪਣਾ ਆਰਾਮ ਨਾਲ ਤੁਸੀਂ ਇਹਨੂੰ ਡੈਡੀਕੇਟ ਕਰ ਸਕਦੇ ਹੋ। ਅੱਛਾ, ਹੁਣ ਇਹਨੂੰ ਇੱਕ ਚਾਹੇ ਸੋਰਸ ਆਫ ਐਂਟਰਟੇਨਮੈਂਟ ਕਹਿ ਲਓ ਜਾਂ ਤੁਸੀਂ ਇਹਨੂੰ ਇੱਕ ਆਪਣੀ ਫਿਜ਼ੀਕਲ ਐਕਟੀਵਿਟੀ ਕਹਿ ਰਹੇ ਹੋ। ਅਗਰ ਇਸ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਹੀ ਹੁਣ ਅਗਰ ਤੁਹਾਨੂੰ ਕਿਤੇ ਨਾ ਕਿਤੇ ਅਲਾਓ ਤੁਹਾਡਾ ਕਰਦਾ ਹੈਡਫੋਨ ਲਾ ਕੇ ਤੁਸੀਂ ਜੋ ਕੋਈ ਚੀਜ਼ ਕਰ ਸਕਦੇ ਇੰਡੀਵਿਜੂਅਲੀ, ਠੀਕ ਹੈ, ਚਾਹੇ ਸੈਰ ਹੀ ਕਰਨੀ ਹੈ, ਚਾਹੇ ਜਿਮਿੰਗ ਵੀ ਆ, ਉਹਦੇ ਵਿੱਚ ਵੀ ਪੋਡਕਾਸਟ ਸੁਣੋ, ਉਹਦੇ ਵਿੱਚ ਵੀ ਕੋਈ ਨਾ ਕੋਈ ਕਨਵਰਜ਼ੇਸ਼ਨ ਸੁਣੋ, ਉਹਦੇ ਵਿੱਚ ਵੀ ਲਿਸਨਿੰਗਸ ਸੁਣੋ। ਉਹਦੇ ਨਾਲ ਹੋਏਗਾ ਕਿ ਤੁਹਾਨੂੰ ਇੱਕ ਅੰਡਰਸਟੈਂਡਿੰਗ ਹੈਗੀ ਉਹ ਹੋਰ ਇਨਕਰੀਜ਼ ਹੋਏਗੀ। ਡੋਂਟ ਲਿਸਨ ਟੂ ਐਨੀ ਕਾਈਂਡ ਆਫ ਸੌਂਗਸ, ਗਾਣੇ ਨਾ ਸੁਣੋ। ਜੇ ਸੁਣਨੇ ਆ ਤਾਂ ਇੰਗਲਿਸ਼ ਗਾਣੇ ਸੁਣੋ, ਕਿਉਂਕਿ ਉਹਦੇ ਨਾਲ ਹੋਏਗਾ ਕਿ ਤੁਹਾਡੀ ਵਕੈਬ ਹੋਏਗੀ ਇਨਕਰੀਜ਼। ਹੁਣ ਤੁਸੀਂ ਇੱਕ ਦੇਖੋ, ਕੋਚਿੰਗ ਲੈ ਰਹੇ ਹੋ, ਕੋਚਿੰਗ ਤਾਂ 2 ਵਜੇ ਮੁੱਕ ਗਈ, ਮੈਂ ਤੁਹਾਨੂੰ ਗੱਲ ਕਰ ਰਿਹਾ ਉਹ ਤੋਂ ਬਾਅਦ ਦੀ, ਠੀਕ ਹੈ। ਤੁਸੀਂ ਆਪਣੇ ਲੈਵਲ 'ਤੇ ਕਿੱਥੇ ਕਿੱਦਾਂ ਕੀ ਕਰ ਸਕਦੇ ਹੋ। ਇਟ ਇਜ਼ ਨਾਟ ਲਾਈਕ ਦੈਟ ਕਿ 2 ਵਜੇ ਮੈਂ ਕਿਤਾਬਾਂ ਬੰਦ ਕੀਤੀਆਂ ਅਤੇ ਮੇਰਾ ਪੇਪਰ ਨਿਕਲ ਜਾਏਗਾ। ਮਾਈ ਸੁਜੈਸ਼ਨ ਇਜ਼ ਯੂ ਸ਼ੁੱਡ ਲਿਵ ਦੈਟ ਲਾਈਫ। ਲਿਵ ਦੈਟ ਲਾਈਫ ਦਾ ਮਤਲਬ ਕੀ ਆ? ਐਵਰੀਥਿੰਗ ਦੈਟ ਯੂ ਆਰ ਡੂਇੰਗ ਦੈਟ ਮਸਟ ਬੀ ਕਨੈਕਟਡ ਵਿਦ ਯੋਰ ਪ੍ਰੈਪਰੇਸ਼ਨ, ਠੀਕ ਹੈ। ਇਹ ਬਹੁਤ ਇੰਪੋਰਟੈਂਟ ਇੱਕ ਪੁਆਇੰਟ ਹੈਗਾ ਆ। ਅੱਛਾ, ਉਹ ਤੋਂ ਬਾਅਦ ਜੋ ਇੰਪੋਰਟੈਂਟ ਹੈਗਾ, 8 ਵੱਜ ਗਏ ਨੇ, ਠੀਕ ਹੈ, ਐਂਡ ਯੂ ਹੈਵ ਕਮ ਬੈਕ ਟੂ ਯੋਰ ਹੋਮ, ਘਰੇ ਵਾਪਸ ਆ ਗਏ ਹੋ, ਚਾਹੇ ਛੱਤ 'ਤੇ ਗੇੜੇ ਦਿੰਦੇ ਸੀਗੇ, ਥੱਲੇ ਉਤਰ ਆਏ ਹੋ। ਉਸ ਤੋਂ ਬਾਅਦ ਯੂ ਮਸਟ ਸਪੈਂਡ ਟਾਈਮ ਵਿਦ ਯੋਰ ਫੈਮਿਲੀ। ਹੁਣ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਨਾ ਕਿਉਂ ਇੰਪੋਰਟੈਂਟ ਹੈ? ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਇਸ ਕਰਕੇ ਇੰਪੋਰਟੈਂਟ ਹੈ ਕਿ ਤੁਹਾਨੂੰ ਤੁਹਾਡਾ ਰੀਅਲ ਮੋਟਿਵ ਪਤਾ ਲੱਗ ਜਾਂਦਾ ਆ। ਹੁਣ ਠੀਕ ਹੈ, ਕਈਆਂ ਦੇ ਘਰ ਦੇ 10 ਵਜੇ ਘਰ ਆਉਂਦੇ ਨੇ, ਪੇਰੈਂਟਸ ਕੰਮ ਵਰਕਿੰਗ ਹੁੰਦੇ ਨੇ, ਪਾਪਾ ਕਈਆਂ ਦੇ 10 ਵਜੇ ਆਉਂਦੇ ਨੇ, ਬਟ ਯੂ ਸ਼ੁੱਡ ਸਪੈਂਡ ਟਾਈਮ ਵਿਦ ਯੂਰ ਅਦਰ ਫੈਮਿਲੀ ਮੈਂਬਰਸ, ਫੋਰ ਐਗਜ਼ਾਮਪਲ ਯੂਰ ਬ੍ਰਦਰ ਔਰ ਯੂਰ ਮਦਰ ਔਰ ਯੂਰ ਗ੍ਰੈਂਡ ਪੇਰੈਂਟਸ, ਐਂਡ ਉਹਨਾਂ ਦੀਆਂ ਗੱਲਾਂ ਸੁਣੋ, ਉਹਨਾਂ ਦੀ ਜੋ ਉਹ ਕਨਵਰਜ਼ੇਸ਼ਨ ਕਰਦੇ ਨੇ ਉਹ ਸੁਣੋ, ਠੀਕ ਹੈ। ਯੂ ਵਿਲ ਫੀਲ ਲਾਈਟ, ਠੀਕ ਹੈ, ਤੁਹਾਨੂੰ ਲਾਈਟ ਫੀਲ ਹੋਏਗਾ, ਠੀਕ ਹੈ। ਐਂਡ ਦਿਸ ਮਸਟ ਬੀ ਡਨ ਫॉर ਐਟਲੀਸਟ 1 ਆਰ। 1 ਘੰਟਾ ਤੁਸੀਂ ਕੁਛ ਨਹੀਂ ਕਰਨਾ, ਜਸਟ ਗੋ ਐਂਡ ਸਿਟ ਵਿਦ ਦੈਮ, ਸਿਟ ਆਈਡਲ, ਵਿਹਲਾ ਬਹਿਣਾ ਸਿੱਖੋ, ਠੀਕ ਹੈ। 1 ਘੰਟਾ ਦਿਮਾਗ ਵਿੱਚੋਂ ਆ ਫੋਨ ਜਾਂ ਸਾਰਾ ਕੁਛ 1 ਘੰਟਾ ਛੱਡ ਦਿਓ, ਠੀਕ ਹੈ। ਚਾਹੇ ਬੋਰ ਹੋ ਰਹੇ ਹੋਵੋ, ਕੋਈ ਚੱਕਰ ਨਹੀਂ, 1 ਘੰਟਾ ਯੂ ਮਸਟ ਸਿਟ ਆਈਡਲ ਵਿਦਾਊਟ ਫੋਨ ਐਂਡ ਯੂ ਮਸਟ ਸਪੈਂਡ ਟਾਈਮ ਵਿਦ ਯੋਰ ਫੈਮਿਲੀ। ਉਹਦੇ ਨਾਲ ਯੂ ਵਿਲ ਫੀਲ ਮੋਰ ਸਿਵਲ ਐਂਡ ਮੋਰ ਐਥੀਕਲ। ਅੱਛਾ, ਹੁਣ 9 ਵਜੇ ਤੁਸੀਂ ਕਰ ਲਿਆ, ਠੀਕ ਹੈ, ਓਕੇ, ਗੱਲ ਗ੍ਰੇਟ। ਅੱਛਾ, ਹੁਣ ਤੁਸੀਂ ਕੀ ਕਰਨਾ?
ਹੁਣ ਤੁਸੀਂ ਇੱਕ ਹੋਰ ਮੋਡਿਊਲ ਆਪਣਾ ਪ੍ਰੀਪੇਅਰ ਕਰ ਸਕਦੇ ਹੋ। ਹੁਣ ਤੁਸੀਂ ਉਹ ਪਹਿਲਾਂ ਆਪਾਂ ਕੀ ਕੀਤਾ ਸੀਗਾ, ਪਹਿਲਾਂ ਆਪਾਂ ਸ਼ਾਮ ਜੀ ਨੂੰ ਕੀ ਕੀਤਾ ਸੀਗਾ, ਆਪਾਂ 4:30 ਤੱਕ ਵੀ ਹੈਵ ਡਨ 1 ਰੀਡਿੰਗ, ਠੀਕ ਹੈ। ਹੁਣ ਤੁਸੀਂ ਲਿਸਨਿੰਗ ਕਰ ਸਕਦੇ ਹੋ, ਠੀਕ ਹੈ। ਯੂ ਕੈਨ ਲੁੱਕ ਫॉर द ਲਿਸਨਿੰਗ ਔਰ ਯੂ ਕੈਨ ਜਸਟ ਲੁੱਕ ਫॉर द ਕੰਟੈਂਟ ਆਫ ਯੂਰ ਐਸੇਜ਼ ਦਾ ਕੰਟੈਂਟ ਦੇਖ ਸਕਦੇ ਹੋ। ਹੁਣ 9 ਤੋਂ ਲੈ ਕੇ ਕਦੋਂ ਤੱਕ ਕਰਨਾ ਚਾਹੀਦਾ? ਹੁਣ 9 ਤੋਂ ਲੈ ਕੇ ਵੈਸੇ ਤਾਂ ਮੇਰੀ ਸੁਜੈਸ਼ਨ ਜੋ ਹੈਗੀ ਆ, ਜੋ ਕਰਨੇ ਚਾਹੀਦਾ, ਦੈਟ ਮਸਟ ਬੀ ਫॉर 1.5 ਘੰਟਾ, ਦੈਟਸ ਇਟ। 9 ਤੋਂ 10:30 ਵਜੇ ਤੁਹਾਡੀ ਜੋ ਤੁਸੀਂ ਇੱਕ ਜੋ ਕਰਨਾ ਸੀਗਾ, ਯੂ ਆਰ ਸੋਲਵਿੰਗ ਸਮਥਿੰਗ ਔਰ ਆਈਦਰ ਯੂ ਰੀਡਿੰਗ ਸਮਥਿੰਗ, ਦੈਟ ਮਸਟ ਬੀ ਕੰਪਲੀਟ। ਉਹ ਕੰਪਲੀਟ ਕਿਉਂ ਕਰਨੀ ਹੈ? ਕਿਉਂਕਿ ਉਸ ਤੋਂ ਬਾਅਦ ਸੌਣਾ ਆ। ਸੌਣਾ ਕਿਉਂ ਹੈ? ਪੇਪਰ ਭਰਿਆ ਭਾਈ, ਸੌਣ ਦਾ ਮਤਲਬ ਕੀ ਹੈ ਬੇਟਾ? ਸੌਣਾ ਇਜ਼ ਆਲਸੋ ਪਾਰਟ ਆਫ ਦ ਗੇਮ। ਸੌਣਾ ਇਸ ਕਰਕੇ ਪਾਰਟ ਆਫ ਦ ਗੇਮ ਹੈ ਬਿਕੋਜ਼ ਤੁਹਾਡੀ ਜਿਹੜੀ ਬੋਡੀ ਹੈ, ਜੋ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੋਂ ਲੈ ਕੇ ਰਾਤ ਤੱਕ ਤੁਸੀਂ ਜਸਟ ਸੋਚ ਰਹੇ ਹੋ, ਭਾਵੇਂ ਬੈਠੇ ਹੀ ਹੋ, ਤੁਸੀਂ ਆਲਸ ਬਾਰੇ ਸੋਚ ਰਹੇ ਹੋ ਇਸ ਜੋ ਸ਼ਡਿਊਲ ਦੇ ਵਿੱਚ, ਅਤੇ ਤੁਹਾਡਾ ਮਾਈਂਡ ਜਿਹੜਾ ਉਹ ਥੱਕੇਗਾ। ਸੋ ਜੇ ਮਾਈਂਡ ਥੱਕੇਗਾ ਤਾਂ ਤੁਸੀਂ ਦੂਜੇ ਦਿਨ ਗ੍ਰੈਬ ਕਿੱਦਾਂ ਕਰੋਗੇ, ਠੀਕ ਹੈ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਹਾਡੀ ਜੋ ਨੀਂਦ ਹੈਗੀ ਆ ਉਹ ਪੂਰੀ ਹੋਣੀ ਚਾਹੀਦੀ ਹੈ, ਠੀਕ ਹੈ। ਐਂਡ ਕਈ ਲੋਕ ਕਹਿੰਦੇ ਸਰ ਸਾਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਅਸੀਂ ਪੇਪਰ ਭਰਿਆ ਹੋਇਆ। ਰਾਜੇ ਸੀ ਮਾਈ ਸੁਜੈਸ਼ਨ ਇਜ਼, ਠੀਕ ਹੈ ਪੇਪਰ ਭਰਿਆ ਹੋਇਆ, ਪਰ ਨੀਂਦ ਨਾਲ ਕੀ ਰੋਸੇ ਆ, ਠੀਕ ਹੈ। ਨੀਂਦ ਨਾ ਆਉਣ ਦਾ ਮਤਲਬ ਕੀ ਹੋਊਗਾ? ਟੈਨਸ਼ਨ ਕਰੀ ਜਾਂਦੇ ਹੋ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਖੂਨ ਸਾੜਨ ਦਾ ਫਾਇਦਾ ਨਹੀਂ ਹੈ, ਰਾਦਰ ਇਸ ਚੀਜ਼ ਨੂੰ ਹੋਰ ਮੋਟੀਵੇਟ ਕਰੋ, ਆਪਣੇ ਆਪ ਨੂੰ ਹੋਰ ਬਾਲੇ ਮਾਰੋ, ਐਂਡ ਐਂਡ ਆਫ ਦ ਡੇ ਜਸਟ ਵਰਕ ਫॉर ਇਟ। ਅੱਛਾ, ਹੁਣ ਤੁਸੀਂ 10:30 ਸੌਂ ਗਏ, ਪੂਰੇ ਦਿਨ ਦਾ ਮੈਂ ਤੁਹਾਨੂੰ ਦੱਸ ਦਿੱਤਾ, ਸਵੇਰੇ 8 ਵਜੇ ਤੋਂ ਲੈ ਕੇ ਰਾਤ 10:30 ਤੱਕ ਤੁਸੀਂ ਇੱਕ ਚੀਜ਼ ਓਬਜ਼ਰਵ ਕੀਤੀ ਹੋਣੀ, ਮੈਂ ਤੁਹਾਨੂੰ ਰਿਵਾਈਜ਼ਿੰਗ ਦਾ ਟਾਈਮ ਨਹੀਂ ਦੱਸਿਆ। ਆਈ ਹੈਵਨਟ ਟੋਲਡ ਯੂ ਵੈਨ ਟੂ ਰਿਵਾਈਜ਼। ਹੁਣ ਰਿਵਾਈਜ਼ ਕਰਨਾ ਕੀ ਹੁੰਦਾ? ਰਿਵਾਈਜ਼ ਕਰਨਾ ਹੁੰਦਾ ਕਿ ਮੈਂ ਸਾਰਾ ਦਿਨ ਜੋ ਸਿੱਖਿਆ ਉਹਨੂੰ ਇੱਕ ਵਾਰੀ ਰੀਕਾਲ ਕਰ ਲਾਂ। ਹੁਣ ਰੀਕਾਲ ਕਦੋਂ ਕੀਤਾ ਜਾ ਸਕਦਾ? ਕੁਝ ਬੱਚੇ ਕਹਿੰਦੇ ਆ ਕਿ ਰਾਤੀ ਸੌਣ ਤੋਂ ਪਹਿਲਾਂ ਰੀਕਾਲ ਕਰਨਾ ਚਾਹੀਦਾ, ਜੋ ਕਿ ਮੈਨੂੰ ਲੱਗਦਾ ਨਹੀਂ, ਉਹਦਾ ਕੋਈ ਫਾਇਦਾ ਨਹੀਂ ਹੈ, ਜਸਟ ਬਿਕੋਜ਼ ਸਵੇਰ ਤੱਕ ਸਾਰਾ ਭੁੱਲੇ ਹੋਵੋਗੇ ਤੁਸੀਂ। ਮੇਰੀ ਸੁਜੈਸ਼ਨ ਹੈ ਕਿ ਸਵੇਰੇ ਤੁਸੀਂ ਆਪਣੇ ਉੱਠਣ ਤੋਂ ਪਹਿਲਾਂ, ਲੈਟਸ ਸੇ ਤੁਸੀਂ ਅਗਰ ਤੁਹਾਡਾ ਨਾਰਮਲ ਟਾਈਮ ਸਵੇਰੇ 8 ਵਜੇ ਉੱਠਣਾ, ਯੂ ਸ਼ੁੱਡ ਵੇਕ ਅਪ ਐਟ 6:30 ਔਰ ਯੂ ਸ਼ੁੱਡ ਵੇਕ ਅਪ ਐਟ 7 ਵਜੇ ਜਾਂ 6:30 ਵਜੇ ਉੱਠੋ, ਠੀਕ ਹੈ। 7 ਵਜੇ ਵਿਲ ਬੀ ਵੈਰੀ ਗੁੱਡ, ਠੀਕ ਹੈ, ਜ਼ਿਆਦਾ ਨਹੀਂ ਕਰਨਾ। 7 ਵਜੇ ਤੁਸੀਂ ਉੱਠ ਕੇ ਆਪਣਾ ਜੋ ਤੁਸੀਂ ਪਿਛਲੇ ਦਿਨ ਜੋ ਤੁਹਾਡੀਆਂ ਗਲਤੀਆਂ ਸੀਗੀਆਂ, ਪਿਛਲੇ ਦਿਨ ਜੋ ਤੁਸੀਂ ਦੇਖਿਆ ਸੀਗਾ ਜਾਂ ਐਸੇ ਗਲਤੀਆਂ ਕੀਤੀਆਂ ਸੀਗੀਆਂ, ਉਹ ਦੇਖੋ, ਉਹਨਾਂ ਨੂੰ ਰਿਵਾਈਜ਼ ਕਰੋ ਫॉर 1 ਆਰ। 1 ਘੰਟਾ ਉਹਨਾਂ ਨੂੰ ਰਿਵਾਈਜ਼ ਕਰਨਾ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਅੱਛਾ, ਰਿਵਾਈਜ਼ ਕਿਉਂ ਕਰਨਾ? ਸਵੇਰੇ ਰਿਵਾਈਜ਼ ਕਰਨਾ ਇਸ ਕਰਕੇ ਇੰਪੋਰਟੈਂਟ ਹੋ ਜਾਂਦਾ ਬਿਕੋਜ਼ ਤੁਸੀਂ ਉਸ ਤੋਂ ਬਾਅਦ ਆਪਣੀ ਕਲਾਸਿਸ ਜੁਆਇਨ ਕਰਨੀਆਂ ਹੁੰਦੀਆਂ, ਠੀਕ ਹੈ, ਤੁਸੀਂ ਕੋਚਿੰਗ ਲੈਣੀ ਹੁੰਦੀ ਹੈ। ਜਦੋਂ ਤੁਸੀਂ ਕੋਚਿੰਗ ਲੈਂਦੇ ਹੋ ਤਾਂ ਤੁਹਾਨੂੰ ਇਸ ਚੀਜ਼ ਦਾ ਰਿਅਲਾਈਜ਼ ਹੋਣਾ ਚਾਹੀਦਾ ਕਿ ਮੈਂ ਪਿਛਲੇ ਦਿਨ ਕੀ ਗਲਤੀਆਂ ਕੀਤੀਆਂ ਸੀਗੀਆਂ। ਸੋ ਤੁਸੀਂ ਕੀਤਾ ਕੀ ਆ? ਤੁਸੀਂ ਇੰਸਟੀਟਿਊਟ ਜਾਣ ਤੋਂ ਪਹਿਲਾਂ ਆਪਣੀਆਂ ਸਾਰੀਆਂ ਗਲਤੀਆਂ ਦੇਖ ਲਈਆਂ, ਸੋ ਦੈਟ ਤੁਹਾਡੀਆਂ ਉਸ ਦਿਨ ਉਹ ਗਲਤੀਆਂ ਨਾ ਹੋਣ। ਬਿਕੋਜ਼ ਅਗਰ ਉਸ ਦਿਨ ਤੁਹਾਡੀਆਂ ਗਲਤੀਆਂ ਦੁਬਾਰਾ ਫਿਰ ਰਿਪੀਟ ਹੋਈਆਂ ਤਾਂ ਫਿਰ ਤੁਹਾਡੀ ਰਿਵੀਜ਼ਨ ਜੋ ਤੁਸੀਂ ਸੌਣ ਤੋਂ ਪਹਿਲਾਂ ਕੀਤੀ ਸੀ ਉਹਦਾ ਕੋਈ ਮਤਲਬ ਨਹੀਂ ਹੈਗਾ। ਸੋ ਦਿਸ ਇਜ਼ ਮਾਈ ਹੰਬਲ ਰਿਕੁਐਸਟ, ਠੀਕ ਹੈ, ਦੈਟ ਯੂ ਸ਼ੁੱਡ ਸਟਾਰਟ ਯੂਰ ਡੇ ਵਿਦ ਦ ਰਿਵੀਜ਼ਨ ਆਫ ਦ ਥਿੰਗਸ ਜੋ ਤੁਸੀਂ ਇੱਕ ਦਿਨ ਪਹਿਲਾਂ ਪੜ੍ਹੀਆਂ ਨੇ। ਉਹ ਬਹੁਤ ਇੰਪੋਰਟੈਂਟ ਹੈ। ਕਿਉਂ ਇੰਪੋਰਟੈਂਟ ਹੈ? ਬਿਕੋਜ਼ ਅਗਰ ਤੁਸੀਂ ਉਸ ਚੀਜ਼ ਨੂੰ ਰਿਵਾਈਜ਼ ਨਹੀਂ ਕੀਤਾ, ਸੋ ਤੁਸੀਂ ਜੋ ਅਗਲਾ ਦਿਨ ਜੋ ਚੜ੍ਹਿਆ ਹੈਗਾ ਆ, ਤੁਸੀਂ ਉਹਦੇ ਨਾਲ ਜਸਟੀਫਿਕੇਸ਼ਨ ਨਹੀਂ ਕਰ ਪਾਓਗੇ, ਠੀਕ ਹੈ। ਸੋ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ, ਠੀਕ ਹੈ। ਸੋ ਪਲੀਜ਼ ਕੀਪ ਦਿਸ ਇਨ ਮਾਈਂਡ ਦੈਟ ਯੂ ਸ਼ੁੱਡ ਸਟਾਰਟ ਯੂਰ ਡੇ ਇਨ ਅ ਵੈਰੀ ਨੋਰਮਲ ਰੂਟੀਨ, ਠੀਕ ਹੈ ਜੀ, ਬਹੁਤ ਨੋਰਮਲ ਰੂਟੀਨ। ਆਪਣੀ ਨੀਂਦ ਪੂਰੀ ਕਰੋ, ਠੀਕ ਹੈ, ਦੈਟ ਇਜ਼ ਦ ਮੋਸਟ ਇੰਪੋਰਟੈਂਟ ਪੁਆਇੰਟ ਆਫ ਦ ਰੂਟੀਨ। ਐਂਡ ਇਹ ਨਹੀਂ ਕਿ ਸੌਣਾ ਹੀ ਨੀਂਦ ਆ ਗਈ, ਪ੍ਰੋਪਰ ਨੀਂਦ ਹੋਣੀ ਚਾਹੀਦੀ ਹੈ। ਉਹਦੇ ਵਿੱਚ ਕੀ ਆ ਕਿ ਤੁਸੀਂ ਅਗਰ 10:30 ਅਗਰ 11 ਵਜੇ ਵੀ ਸੁੱਤੇ ਅਤੇ 11 ਤੋਂ ਲੈ ਕੇ 7 ਉਹ 8 ਘੰਟੇ ਪੂਰੇ ਬਣਦੇ ਨੇ। 8 ਘੰਟੇ ਦੀ ਇੱਕ ਨੋਰਮਲ ਐਂਡ ਬੈਲੈਂਸਡ ਜੋ ਤੁਹਾਡੀ ਨੀਂਦ ਹੈਗੀ ਆ, ਦੈਟ ਇਜ਼ ਵੈਰੀ ਇੰਪੋਰਟੈਂਟ ਫॉर योर ਆਇਲਸ ਪ੍ਰੈਪਰੇਸ਼ਨ, ਠੀਕ ਹੈ। ਇਹ ਚੀਜ਼ ਥੋੜ੍ਹੀ ਧਿਆਨ ਨਾਲ ਰੱਖੋ। 8 ਘੰਟੇ ਨੀਂਦ ਪੂਰੀ ਕੀਤੀ, ਠੀਕ ਹੈ, ਸਵੇਰੇ ਉੱਠੇ, ਆਪਣਾ ਇੱਕ ਦਿਨ ਪਹਿਲਾਂ ਦਾ ਰਿਵਾਈਜ਼ ਕੀਤਾ ਐਂਡ ਤਿਆਰ ਹੋ ਕੇ ਕੋਚਿੰਗ ਇੰਸਟੀਟਿਊਟ ਚਲੇ ਗਏ, ਠੀਕ ਹੈ। ਕੋਚਿੰਗ ਇੰਸਟੀਟਿਊਟ ਜਾ ਕੇ ਡੋਂਟ ਸਪੈਂਡ ਵੇਸਟ ਯੂਰ ਟਾਈਮ ਹੇਅਰ ਐਂਡ ਦੇਅਰ। ਆਪਣੇ 2 ਵਜੇ ਤੱਕ ਕਲਾਸਿਸ ਲਾਈਆਂ, 1 ਵਜੇ ਤੱਕ ਕਲਾਸਿਸ ਲਾਈਆਂ ਐਂਡ ਦੈਨ ਕਮ ਬੈਕ, ਆ ਕੇ ਰੋਟੀ ਖਾਓ, ਉਸ ਦੌਰਾਨ ਆਪਣਾ ਪੋਡਕਾਸਟ ਵਗੈਰਾ ਸੁਣੋ ਐਂਡ ਉਸ ਤੋਂ ਬਾਅਦ ਆਪਣਾ ਆਰਾਮ ਨਾਲ ਕੋਈ ਨਾ ਕੋਈ ਮੋਡਿਊਲ ਇੱਕ ਵਾਰੀ ਪ੍ਰੈਕਟਿਸ ਕਰੋ, ਠੀਕ ਹੈ। ਫਿਰ ਆਪਣਾ ਆਰਾਮ ਨਾਲ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਕਰੋ,
ਕੁਛ ਜਿਮਿੰਗ ਵਗੈਰਾ ਕਰੋ ਜਾਂ ਸੈਰ ਵਗੈਰਾ ਕਰੋ ਐਂਡ ਮੁੜ ਕੇ 8 ਵਜੇ ਦੁਬਾਰਾ ਫੈਮਿਲੀ ਦੇ ਨਾਲ 1 ਘੰਟਾ ਸਪੈਂਡ ਕਰੋ, ਸਪੈਂਡ 1 ਆਰ ਵਿਦ ਯੋਰ ਫੈਮਿਲੀ, ਠੀਕ ਹੈ। ਐਂਡ ਇਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਆ ਆਪਣਾ ਦੁਬਾਰਾ ਦੂਜਾ ਮੋਡਿਊਲ ਅਗਰ ਕੋਈ ਤੁਸੀਂ ਪ੍ਰਿਪੇਅਰ ਕਰਨਾ ਚਾਹੁੰਦੇ ਹੋ, ਠੀਕ ਹੈ, ਉਹਦੀ ਪ੍ਰੈਕਟਿਸ ਕਰਨਾ ਚਾਹੁੰਦੇ ਹੋ, ਉਹ ਤੁਸੀਂ ਆਪਣਾ ਟਾਈਮ ਲਾ ਕੇ ਪ੍ਰੋਪਰ ਕਰੋ ਐਂਡ ਉਸ ਤੋਂ ਬਾਅਦ ਮੁੜ ਕੇ ਸੌਂ ਜਾਓ। ਦਿਸ ਇਜ਼ ਅ ਵੈਰੀ ਬੈਲੈਂਸਡ ਐਂਡ ਅ ਵੈਰੀ ਗੁੱਡ ਰੂਟੀਨ ਫॉर ਆਲ ਦੋਜ਼ ਜਿਹੜੇ ਕਿ ਆਲਸੀ ਪ੍ਰੈਪਰੇਸ਼ਨ ਹਾਲੇ ਜਿਨ੍ਹਾਂ ਨੇ ਸ਼ੁਰੂ ਕੀਤੀ ਹੈ ਜਾਂ ਹਾਲੇ ਵਿੱਚ ਵਿਚਾਲੇ ਨੇ, ਠੀਕ ਹੈ। ਸੋ ਦਿਸ ਇਜ਼ ਅ ਵੈਰੀ ਕਰੂਸ਼ੀਅਲ ਥਿੰਗ। ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਲੱਗੀ ਹੋਏਗੀ ਐਂਡ ਮੈਂ ਇਸ ਚੀਜ਼ ਨੂੰ ਬਹੁਤ ਇੰਪੋਰਟੈਂਟਲੀ ਪਿਚ ਕਰ ਰਿਹਾ ਜਸਟ ਬਿਕੋਜ਼ ਤੁਹਾਡੀ ਜੋ ਲਾਈਫ ਹੈ ਯੂ ਆਰ ਨਾਟ ਕੀਪਿੰਗ ਅ ਪ੍ਰੋਪਰ ਬੈਲੈਂਸ ਆਫ ਇਟ। ਉਹ ਬੈਲੈਂਸ ਕਿੱਦਾਂ ਹੋਏਗਾ ਅਗਰ ਤੁਸੀਂ ਆਪਣਾ ਡੇਲੀ ਰੂਟੀਨ ਨੂੰ ਪਲਾਨ ਕਰੋਗੇ, ਠੀਕ ਹੈ। ਸੋ ਇਹ ਬਹੁਤ ਇੰਪੋਰਟੈਂਟ ਹੈਗਾ ਆ, ਠੀਕ ਹੈ ਜੀ। ਐਂਡ ਥੈਂਕ ਯੂ ਐਵਰੀਬਡੀ ਫॉर ਦਿਸ ਐਂਡ ਇਸੇ ਤਰ੍ਹਾਂ ਜੁੜੇ ਰਹੋ ਐਂਡ ਥੈਂਕ ਯੂ, ਬਲੈਸ ਯੂ ਆਲ, ਥੈਂਕ ਯੂ।